ਬੜੀਆਂ ਅਫਵਾਹਾਂ ਜੀਆਂ ਫੈਲਦੀਆਂ ਨੇ ਕਿ ਮੋਰਚਾ ਖਤਮ ਹੋ ਚੱਲਿਆ, ਕਈ ਕੁਝ ਹੋ ਚੱਲਿਆ। ਮਤਲਬ ਉਹਦੇ ਉੱਪਰ ਤੁਹਾਡੀ ਕੀ ਰਾਏ? ਤੁਸੀਂ ਆਉਂਦੇ ਹੋ, ਸੁਣਦੇ ਹੋ ਸਾਰੇ? ਲੱਕੜ ਲੋਕ ਆ ਫੇਸਬੁੱਕ ਦੇ ਗੱਪੀ ਗਪੌੜ ਕਿਸਮ ਦੇ, ਜਿਹੜੇ ਫੋਨ ਤੇ ਜਿਹੜੇ ਆਮ ਤੌਰ ਤੇ ਤੁਸੀਂ ਦੇਖੋਗੇ ਚੱਕ ਲੂਗੇ ਧਰ ਲੂਗੇ, ਉਹੀ ਹੈ ਵੀ ਸਾਰਾ ਦਿਨ ਲੜਾਉਣ ਵਾਲੇ ਲੋਕ ਆ। ਹੁਣ ਵਾਰ ਨਹੀਂ ਹੁੰਦੀ ਅੱਜ ਕੱਲ੍ਹ, ਦਿਮਾਗਾਂ ਦੀ ਲੜਾਈ ਹੈ। ਤਾਂ ਇਹ ਜਿਹੜੇ ਸਾਰੇ ਬੈਠੇ ਆ, ਇਹਨਾਂ ਦਾ ਇਤਿਹਾਸ ਅਗਲੀਆਂ ਪੀੜ੍ਹੀਆਂ ਨੇ ਲਿਖਣਾ। ਇਹ ਵੀ ਉਸੇ ਤਰ੍ਹਾਂ ਦਾ ਮੋਰਚਾ ਜਿਸ ਤਰ੍ਹਾਂ ਆਜ਼ਾਦੀ ਦਾ ਸੀ 47। ਸਵਾਦ ਤਾਂ ਹੈ ਨਾ ਜੇ ਕੋਈ ਚੁਣਿਆ ਹੋਏ ਨੁਮਾਇੰਦੇ ਆ ਭੀੜ ਚੋਂ ਲੰਘਣਾ ਖੜ ਕੇ, ਤੁਰ ਕੇ ਲੰਘ ਕੇ ਜਾਣ, ਫਿਰ ਉਹ ਨੁਮਾਇੰਦੇ ਆ। ਜੇ ਗੱਡੀਆਂ ਨਾਲ 25 ਬੰਦੂਕਾਂ ਵਾਲੇ ਫਿਰ ਤੁਹਾਨੂੰ ਐ ਕਰਕੇ ਲੰਘਦੇ ਆ, ਫਿਰ ਕਾਹਦੇ ਰਾਜੇ ਆ ਤੁਸੀਂ? ਤਾਂ ਰਾਜੇ ਨਹੀਂ, ਤੁਸੀਂ ਤਾਂ ਨਲਾਇਕ ਲੋਕ। ਔਰ ਇਹ ਤਾਂ ਜਿਸ ਹਿਸਾਬ 'ਚ ਤਾਂ ਰੋਟੀ ਤੋਂ ਤਰਸਾ ਦੇਣਗੇ। ਔਰ ਮਰਨਾ ਇਹਨਾਂ ਨੇ ਸ਼ਹਿਰਾਂ ਵਾਲਿਆਂ ਨੇ, ਜਿਹੜੇ ਅੱਜ ਘਰੇ ਬੈਠੇ ਨਾ ਗੁੰਨ ਜਿਹੇ ਹੋਏ, ਜਿਹੜੇ ਬੰਬ ਚਲਾਈ ਜਾਂਦੇ, ਪਟਾਕਾ ਇਹਨਾਂ ਦੀ ਪੈਣਾ, ਸਾਡਾ ਕੁਛ ਨਹੀਂ ਜਾਣਾ। ਅਜੇ ਤਾਂ ਦੇਖੋ ਹੁਣ ਆਪਾਂ ਇੱਕੋ ਟਾਈਮ ਕੁਛ ਨਹੀਂ ਹੋ ਸਕਦਾ, ਅਜੇ ਚੱਲਣ ਦੋ ਮੋਰਚਾ, ਜਿੱਤ ਲਈਏ ਪੰਜਾਬ। ਜਦੋਂ ਫਿਰ ਵਾਪਸ ਪਰਤਣਗੇ ਤਾਂ ਫਿਰ ਇੱਕੋ ਹੋਵੇ ਜਥਾ। ਫਿਰ ਜਿੱਥੇ ਹੱਥ ਖੜਾ ਕਰਤਾ ਤਾਂ ਫਿਰ ਸੜਕਾਂ ਜਾਮ ਹੋ ਜਾਣ, ਬਸ ਫਿਰ ਸਵਾਦ ਹੈ। ਔਰ ਲੋਕ ਇਹ ਕਿਹਾ ਕਰਨ ਵੀ ਮੈਂ ਆਪਣਾ ਪੁੱਤ MLA ਨਹੀਂ ਬਣਾਉਣਾ, ਮੈਂ ਤਾਂ ਯੂਨੀਅਨ ਦਾ ਮੈਂਬਰ ਬਣਾਉਣਾ। ਦੇਖੋ ਜੇ ਤੁਸੀਂ ਆਪਣੀ ਈਗੋ ਲਈ ਲੜਦੇ ਹੋ ਤਾਂ ਤੁਹਾਨੂੰ ਲੋਕ ਕਹਿਣਗੇ ਬਦਮਾਸ਼ੀ ਕਰਦਾ, ਬਦਮਾਸ਼ ਹੈ। ਤੁਹਾਡੀ ਈਗੋ ਲਈ ਜਦੋਂ ਤੁਸੀਂ ਲੜੋਗੇ ਤੁਹਾਡੇ 4 ਦੋਸਤ ਖੁਸ਼ ਹੋ ਸਕਦੇ, ਪਰ ਜਦ ਤੁਸੀਂ ਆਪਣੀ ਈਗੋ ਤਿਆਗ ਕੇ ਸਮਾਜ ਲਈ ਲੜਦੇ ਹੋ ਫਿਰ ਤੁਹਾਨੂੰ ਖਾੜਕੂ, ਸੂਰਬੀਰ, ਫਿਰ ਯੋਧੇ ਕਿਹਾ ਜਾਂਦਾ। ਸਾਡੇ ਨਾਲ ਅੱਜ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਉੱਪਰ ਬੱਬੂ ਮਾਨ ਜੀ ਮੋਰਚੇ ਦੇ ਵਿੱਚ ਪਹੁੰਚੇ ਸੀ, ਕਿਸਾਨਾਂ ਦੇ ਨਾਲ, ਸਾਡੇ ਬਜ਼ੁਰਗਾਂ ਦੇ ਨਾਲ ਸਟੇਜ ਤੇ ਹਾਜ਼ਰੀ ਭਰੀ। ਮਾਨ ਸਾਹਿਬ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ, ਦੀਵਾਲੀ ਤੇ ਤੁਸੀਂ ਮੋਰਚੇ ਦੇ ਵਿੱਚ ਆਏ ਹੋ, ਮੋਰਚੇ ਦੇ ਹਮਾਇਤੀਆਂ ਨੂੰ ਤੁਹਾਡਾ ਕੀ ਸੰਦੇਸ਼ ਹੈ ਅਤੇ ਮੋਰਚੇ ਨੂੰ ਕੀ ਸੰਦੇਸ਼ ਹੈ? ਜਿਹੜੇ ਤਾਂ ਇੱਥੇ ਆ ਉਹ ਤਾਂ ਹੈਗੀ ਸ਼ਾਮਲ, ਜਿਹੜੇ ਘਰਾਂ 'ਚ ਹੈ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਇਹ ਕਰਿਓ ਵੀ ਖੁਸ਼ੀ ਦਾ ਦਿਨ ਹੈ, ਤੁਸੀਂ ਆਪਣੇ ਹਿਸਾਬ ਨਾਲ ਸਭ ਨੇ ਮਨਾਉਣਾ। ਕਿਸੇ ਦੀ ਮਜਬੂਰੀ ਵੀ ਹੁੰਦੀ ਹੈ, ਕਿਸੇ ਦਾ ਬੱਚਾ ਹੈ, ਕਿਸੇ ਦਾ ਵਿਆਹ ਹੋਇਆ, ਪਰ ਜਿਹੜੇ ਅੰਦੋਲਨ 'ਚ ਸ਼ਹੀਦ ਹੋਏ ਆ ਸਾਡੇ ਬਜ਼ੁਰਗ ਤੇ ਵੀਰ, ਸਾਡੀਆਂ ਬੀਬੀਆਂ, ਉਹਨਾਂ ਦੇ ਨਾਂ ਦੇ ਦੀਵੇ ਜ਼ਰੂਰ ਬਾਲੋ। ਮਾਨ ਸਾਹਿਬ, ਜਿਵੇਂ ਤੁਸੀਂ ਅੱਜ ਮੋਰਚੇ ਦੇ ਵਿੱਚ ਆ ਕੇ ਬਜ਼ੁਰਗਾਂ ਨੂੰ ਮਿਲੇ ਹੋ, ਟੈਂਟਾਂ ਦੇ ਵਿੱਚ ਗਏ ਹੋ, ਲੰਗਰਾਂ ਦੇ ਵਿੱਚ ਗਏ ਹੋ, 11 ਮਹੀਨੇ ਹੋ ਗਏ ਬਜ਼ੁਰਗਾਂ ਨੂੰ ਇੱਥੇ ਬੈਠਿਆਂ ਨੂੰ, ਸਾਡੇ ਜਿਹੜੇ ਇੱਕ ਵਾਰੀ ਵੀ ਘਰ ਨਹੀਂ ਗਏ। ਉਹਨਾਂ ਨੂੰ ਮਿਲ ਕੇ ਕਿਵੇਂ ਦਾ ਲੱਗਦਾ? ਕੀ ਉਹਨਾਂ ਦੀਆਂ ਭਾਵਨਾਵਾਂ ਨੇ? ਕਿਸ ਡਾਇਰੈਕਸ਼ਨ ਨੂੰ ਮੋਰਚਾ ਜਾ ਰਿਹਾ ਉਹਨਾਂ ਨੂੰ ਮਿਲ ਕੇ? ਮੋਰਚੇ ਨਾਲ ਕੁਛ ਲੋਕ, ਹਰ ਬੰਦਾ ਆਪਣੇ ਤਰੀਕੇ ਨਾਲ ਜੁੜਦਾ। ਬਹੁਤ ਲੋਕ ਆਪਣੇ ਮੰਤਵ ਲਈ ਵੀ ਜੁੜ ਸਕਦੇ ਹੈ, ਪਰ ਮੇਰਾ ਜੁੜਨਾ ਤਾਂ ਖੈਰ ਬਹੁਤ ਪਹਿਲਾਂ ਦਾ। ਔਰ ਹਰ ਵਕਤ ਮੇਰਾ ਇੱਥੇ ਰਹਿਣਾ ਜਾਂ ਮੌਜੂਦ, ਮੈਂ ਉਹ ਵੀ ਰਹਿ ਸਕਦਾ, ਪਰ ਮੈਨੂੰ ਲੱਗਦਾ ਕਿ ਇਹ ਕੰਮ ਜਿਹੜਾ ਮੋਹਰੀ ਵਾਲਾ ਉਹ ਯੂਨੀਅਨ ਨੂੰ ਸੰਭਾਲ ਲਿਆ ਆਪਾਂ ਨੇ ਨਾ, ਸੰਯੁਕਤ ਮੋਰਚਾ ਸਾਂਭੇ, ਬੜਾ ਅੱਛਾ ਲੱਗਦਾ। ਅਤੇ ਭਵਿੱਖ 'ਚ ਜੇ ਕਿਤੇ ਜਥੇਬੰਦੀ ਬਣੀ, ਜੇ ਤਾਂ ਇਕੱਠੇ ਹੋ ਕੇ ਤਾਂ ਬੱਲੇ ਬੱਲੇ, ਨਹੀਂ 33ਵੀਂ ਬਣਾਵਾਂਗੇ ਫਿਰ ਜ਼ਰੂਰ, ਫਿਰ ਉੱਦਾਂ ਦਾ ਬਣਾਵਾਂਗੇ। ਪਰ ਅੱਜ ਇਹਨਾਂ ਤੋਂ ਜਗ੍ਹਾ ਲੈ ਲਈ, ਮੈਂ ਕਿਹਾ ਵੀ ਸਾਨੂੰ ਦਿਓ ਇੱਥੇ, ਠੀਕ, ਅਸੀਂ ਆਪਦਾ ਕਮਰਾ ਬਣਾ ਲਈਏ ਉਰੇ। ਫਿਰ ਔਰ ਜ਼ਰੂਰੀ ਨਹੀਂ ਕਿ ਮੈਂ ਆ ਕੇ ਹਰ ਵੇਲੇ ਸਟੇਜ 'ਤੇ ਬੋਲਾਂ, ਬੁਲਾਰੇ ਅੱਛੇ ਲੱਗਦੇ ਹੈ। ਔਰ ਅਲੱਗ-ਅਲੱਗ ਵਰਗਾਂ ਨੂੰ ਚਾਂਸ ਮਿਲੇ, ਪ੍ਰੋਫੈਸਰਾਂ ਨੂੰ, ਬੁੱਧੀਜੀਵ, ਡਾਕਟਰ, ਔਰ ਜਿਹੜੇ ਚਿੰਤਕ ਲੋਕ ਆ ਉਹ ਜ਼ਿਆਦਾ ਬੋਲਣ, ਔਰ ਇਕਨੋਮਿਸਟ ਬੋਲਣ। ਮੇਰਾ ਆਉਣਾ ਜ਼ਰੂਰੀ ਹੈ, ਬੋਲਣਾ ਜ਼ਰੂਰੀ ਨਹੀਂ, ਬਹੁਤ ਧੱਕੇ 'ਤੇ ਲੈ ਜਾਂਦੇ ਹਾਂ। ਮੇਰੀ ਹਰ ਵਾਰ ਕੋਸ਼ਿਸ਼ ਹੁੰਦੀ ਹੈ ਵੀ ਜੇ ਇੱਥੇ ਆਏ ਘੁੰਮੀ ਜਾਵਾਂ ਤਾਂ ਜ਼ਿਆਦਾ ਵਧੀਆ, ਪਰ ਚਲੋ ਇਹ ਪਿਆਰ ਕਰਦੇ ਹਾਂ, ਫਿਰ ਜਾਣਾ ਪੈਂਦਾ, ਬੋਲਣਾ ਪੈਂਦਾ। ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਪੰਜਾਬ, ਹਰਿਆਣਾ, ਯੂਪੀ ਕਿ ਬੜੀਆਂ ਅਫਵਾਹਾਂ ਜੀਆਂ ਫੈਲਦੀਆਂ ਨੇ ਕਿ ਮੋਰਚਾ ਖਤਮ ਹੋ ਚੱਲਿਆ, ਕਈ ਕੁਝ ਹੋ ਚੱਲਿਆ। ਮਤਲਬ ਉਹਦੇ ਉੱਪਰ ਤੁਹਾਡੀ ਕੀ ਰਾਏ? ਤੁਸੀਂ ਆਉਂਦੇ ਹੋ, ਸੁਣਦੇ ਹੋ ਸਾਰੇ? ਲੱਕੜ ਲੋਕ ਆ ਫੇਸਬੁੱਕ ਦੇ ਗੱਪੀ ਗਪੌੜ ਕਿਸਮ ਦੇ, ਜਿਹੜੇ ਫੋਨ ਤੇ ਜਿਹੜੇ ਆਮ ਤੌਰ ਤੇ ਤੁਸੀਂ ਦੇਖੋਗੇ ਚੱਕ ਲੂਗੇ ਧਰ ਲੂਗੇ, ਉਹੀ ਹੈ ਵੀ ਸਾਰਾ ਦਿਨ ਲੜਾਉਣ ਵਾਲੇ ਲੋਕ ਆ। ਉਹ ਜਿੱਥਾ ਮਤਲਬ ਬੜਕਾਂ ਮਾਰੀ ਜਾਣੀਆਂ, ਗੱਪਾਂ ਮਾਰੀ ਜਾਣੀਆਂ, ਫਿਰ ਜਦੋਂ ਕੋਈ ਅਗਲਾ ਟੱਕਰਦਾ ਫਿਰ ਕਹਿੰਦਾ ਬੀਬੀ ਕੁੰਡਾ ਵਾਲਾ ਬੰਦਾ ਫਿਰਦਾ, ਉਹ ਆ ਉਹ। ਇਹ ਲੋਕ ਨਹੀਂ ਬਦਲਿਆ ਕਰਦੇ ਤਕਦੀਰ, ਜਿਹੜੇ ਗੱਪੀ ਲੋਕ ਆ, ਤਕਦੀਰ ਉਹੀ ਬਦਲਦੇ ਆ। ਦੇਖ, ਜ਼ਿੰਦਗੀ ਇੱਕ ਔਨਲਾਈਨ ਹੈ, ਇੱਕ ਆਫਲਾਈਨ ਹੈ। ਆਪਾਂ ਆਫਲਾਈਨ ਬੈਠੇ ਹਾਂ, ਔਨਲਾਈਨ ਦੀਆਂ ਗੱਪਾਂ ਔਨਲਾਈਨ ਵਾਲਿਆਂ ਨੂੰ ਪ੍ਰਭਾਵਿਤ ਕਰਦੀਆਂ। ਇੱਕ ਛੋਟੇ ਬੱਚੇ ਨੂੰ ਪ੍ਰਭਾਵਿਤ ਕਰ ਸਕਦੀਆਂ, ਜਿਹੜਾ 12-14 ਸਾਲਾਂ ਦਾ, ਕਿਸੇ ਕਮੈਂਟ ਤੋਂ ਜਾਂ ਕਿਸੇ ਪੋਸਟ ਤੋਂ ਖੁਸ਼ ਹੋ ਸਕਦਾ। ਤੁਸੀਂ ਤੇ ਮੈਂ ਥੋੜ੍ਹੀ ਹੋ ਸਕਦੇ ਹਾਂ, ਸਾਨੂੰ ਤਾਂ ਪਤਾ ਹਕੀਕਤ ਕੀ ਹੈ। ਔਰ ਤਕਦੀਰ ਸਰਾਭਾ ਸਾਹਿਬ ਇਕੱਲੇ ਹੀ ਸੀ ਜਦੋਂ ਪਿੰਡ ਉੱਠੇ ਸੀ, ਸਾਰਾ ਪਿੰਡ ਥੋੜ੍ਹੀ ਨਾਲ ਸੀ। 5 ਪਿਆਰੇ ਹੀ ਨਿੱਤਰੇ ਸੀ ਬਾਬਾ ਜੀ ਦੇ, ਸਾਰੇ ਥੋੜ੍ਹੀ ਨਿੱਤਰੇ ਸੀ।
ਔਰ ਦਲੇਰ ਲੋਕਾਂ ਨੇ ਬਾਗਡੋਰ ਸਾਂਭੀ ਸੀ ਨਾ ਉਦੋਂ, ਜਦੋਂ ਬਾਬਾ ਸਾਹਿਬ ਬੰਦਾ ਬਹਾਦਰ ਸਾਹਿਬ ਨੇ ਜਦੋਂ ਫੌਜ ਤਿਆਰ ਕਰੀ ਤਾਂ ਦਲੇਰ ਹੀ ਨਿਕਲੇ ਸੀ। ਸਲੌਦੀ ਤੋਂ ਨਿਕਲ ਕੇ ਬਾਬੇ ਹੋਏ ਜਾਂ ਹੋਰ ਬਾਜ ਸਿੰਘ ਬਾਬੇ ਸਾਰੇ ਇਹ ਨਿਕਲੇ, ਕਦ ਨਿਕਲੇ? ਉਹ ਦਲੇਰ ਸੀ। ਬਾਕੀ ਫਿਰ ਹੌਲੀ ਹੌਲੀ ਜੁੜਦੇ ਗਏ ਕਾਫਲੇ। ਤੋ ਇਹ ਜਿਹੜੇ ਬੈਠੇ ਆ ਨਾ ਇਹ ਹੁਣ ਵਾਰ ਨਹੀਂ ਹੁੰਦੀ, ਅੱਜ ਕੱਲ੍ਹ ਦਿਮਾਗਾਂ ਦੀ ਲੜਾਈ ਹੈ। ਤੋ ਇਹ ਜਿਹੜੇ ਸਾਰੇ ਬੈਠੇ ਆ ਇਹਨਾਂ ਦਾ ਇਤਿਹਾਸ ਅਗਲੀਆਂ ਪੀੜ੍ਹੀਆਂ ਨੇ ਲਿਖਣਾ। ਇਹ ਵੀ ਉਸੇ ਤਰ੍ਹਾਂ ਦਾ ਮੋਰਚਾ ਜਿਸ ਤਰ੍ਹਾਂ ਆਜ਼ਾਦੀ ਦਾ ਸੀ 47 ਵਾਲਾ। ਰੀਸੈਂਟਲੀ ਭਾਰਤ ਦੇ 5 ਸੂਬਿਆਂ ਦੇ ਵਿੱਚ ਇਲੈਕਸ਼ਨ ਹੋਈ ਹੈ। ਬੀਜੇਪੀ ਦਾ ਬਹੁਤ ਬੁਰਾ ਹਾਲ ਹੋਇਆ ਐਂਡ ਕਿਸਾਨਾਂ ਨੇ ਨਾਅਰਾ ਦਿੱਤਾ ਕਿ ਬੀਜੇਪੀ ਨੂੰ ਹਰਾਓ, ਦੇਸ਼ ਬਚਾਓ। ਇਹਦੇ ਨਾਲ ਤੁਸੀਂ ਕੀ ਦੇਖਦੇ ਹੋ ਕਿ ਜਿਵੇਂ ਹਿਮਾਚਲ ਵੀ ਸਾਫ਼ ਹੋ ਗਿਆ, ਰਾਜਸਥਾਨ ਵੀ, ਹਰਿਆਣਾ ਵੀ, ਪੱਛਮੀ ਬੰਗਾਲ ਵੀ, 2-3 ਸੀਟਾਂ ਮਿਲੀਆਂ, ਕੀ ਸਰਕਾਰ ਨੂੰ ਸਿੱਖ ਲੈਣੀ ਚਾਹੀਦੀ ਹੈ? ਸਰਕਾਰ ਸਰਕੂਰ ਕੀ ਹੁੰਦੀ ਹੈ? ਸਰਕਾਰ ਤਾਂ ਲੋਕਾਂ ਨੇ ਬਣਾਈ ਹੈ, ਬਸ ਗਲਤੀ ਇਹ ਹੋ ਗਈ ਮੈਜੋਰਿਟੀ ਦੇ ਦਿੱਤੀ ਉਹਨਾਂ ਨੂੰ, ਬਸ ਆਹ ਇੱਕ ਗਲਤੀ ਹੋ ਗਈ। ਜੇ ਥੋੜ੍ਹੇ ਜਿਹੇ ਇੱਦਾਂ ਬਣਾਉਂਦੇ ਨਾ ਟੁੱਟਵੀਂ ਜੀ, ਫਿਰ ਸੈੱਟ ਸੀ। ਜਦੋਂ ਇੱਕੋ ਬੰਦਾ ਆ ਗਿਆ ਫਿਰ ਉਹ ਮਰਜ਼ੀ ਕਰੀ ਜਾਂਦਾ ਹੁੰਦਾ। ਔਰ ਸ਼ਾਸਕ ਜਿਹੜਾ, ਕੋਈ ਵੀ ਸ਼ਾਸਕ ਦੁਨੀਆ ਦਾ ਹੰਕਾਰੀ ਹੋ ਜੇ ਉਹ ਤਬਾਹ ਹੋ ਜਾਂਦਾ। ਉਹ ਆਉਣ ਵਾਲੀਆਂ ਆਪ ਦੀਆਂ ਜਿਹੜੀਆਂ ਉਹ ਜਿਹੜੇ ਉਹਦੇ ਨਾਲ ਜੁੜੇ ਉਹਨਾਂ ਨੂੰ ਵੀ ਤਬਾਹ ਕਰ ਜਾਊਗਾ। ਅੱਜ ਦੇਖੋ ਰਾਜਾ, ਹੁਣ ਆਪਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਈ ਵਾਰੀ ਕਰਦੇ ਵੀ ਫਲਾਣਾ ਰਾਜਾ ਬੜਾ ਦਾਨੀ, ਅਸ਼ੋਕਾ ਸਾਹਿਬ ਸੀ ਜਿੱਦਾਂ ਅਸ਼ੋਕਾ ਜੀ ਵੀ, ਉਹਨਾਂ ਨੇ ਦਰਖਤ ਬਹੁਤ ਲਵਾਏ, ਉਹਨਾਂ ਨੇ ਬੁੱਧਿਜ਼ਮ ਦਾ ਬੜਾ ਪ੍ਰਸਾਰ ਕਰਿਆ ਸੀ। ਤਾਂ ਹੀ ਜ਼ਿਕਰ ਕਰਦੇ ਹਾਂ, ਕਿਸੇ ਜ਼ੁਲਮੀ ਦਾ ਕਰਦੇ ਹਾਂ ਜ਼ਿਕਰ, ਤੁਸੀਂ ਗਾਲ ਕੱਢਦੇ ਹੋ। ਸੋ ਇੱਦਾਂ ਹੀ ਹੈ, ਇਹ ਤਾਂ ਹਿਸਟਰੀ ਬਣਦੀ ਜਾਣੀ ਹੈ। ਇਹ ਮੂਰਖ ਲੋਕ ਹੈ। ਜੇ ਤੁਸੀਂ ਆਵਾਮ 'ਤੇ ਤਾਂ ਰਾਜ ਕਰਦੇ ਹੋ, ਜੇ ਤੁਸੀਂ ਉਹਨੂੰ ਖੁਸ਼ ਨਹੀਂ ਰੱਖ ਸਕਦੇ ਫਿਰ ਇਹੋ ਜਿਹੇ ਰਾਜ ਨੂੰ ਕੀ ਕਰਨਾ? ਜੇ ਤੁਹਾਨੂੰ ਹੈਲੀਕਾਪਟਰ 'ਤੇ ਬੈਠ ਕੇ ਲੰਘਣਾ ਪਵੇ, ਸਵਾਦ ਤਾਂ ਹੈ ਨਾ ਜੇ ਕੋਈ ਚੁਣਿਆ ਹੋਇਆ ਨੁਮਾਇੰਦੇ ਆ ਭੀੜ 'ਚੋਂ ਲੰਘਣਾ ਹੈ, ਖੜ ਕੇ ਤੁਰ ਕੇ ਲੰਘ ਕੇ ਜਾਣ, ਫਿਰ ਉਹ ਨੁਮਾਇੰਦੇ ਆ। ਜੇ ਗੱਡੀਆਂ ਨਾਲ 25 ਬੰਦੂਕਾਂ ਵਾਲੇ ਫਿਰ ਤੁਹਾਨੂੰ ਐਂ ਕਰਕੇ ਲੰਘਦੇ ਆ, ਫਿਰ ਕਾਹਦੇ ਰਾਜੇ ਆ ਤੁਸੀਂ? ਤਾਂ ਰਾਜੇ ਹੀ ਨਹੀਂ, ਤੁਸੀਂ ਤਾਂ ਨਲਾਇਕ ਲੋਕ ਆ। ਕਾਫੀ ਟਾਈਮ ਪਹਿਲਾਂ ਤੁਸੀਂ ਇੱਕ ਗਾਣਾ ਗਾਇਆ ਸੀਗਾ ਕਿ ਜੱਟਾਂ ਨੂੰ ਜ਼ਮੀਨ ਮਾਂ ਤੋਂ ਵੱਧ ਪਿਆਰੀ ਹੈ, ਵੱਡੀਆਂ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਹੈ। ਜੇ ਇਹ ਕਾਨੂੰਨ ਲਾਗੂ ਹੁੰਦੇ ਨੇ ਤੇ ਸਾਡੇ ਲੋਕਾਂ ਦਾ ਕੀ ਭਵਿੱਖ ਹੋਊਗਾ? ਸਾਡਾ ਕੀ ਸਿੱਟਿਆ ਕਰਨਗੇ ਤਾਂ ਹੈਲੀਕਾਪਟਰ ਨਾ ਪੈਕਟ ਸਿੱਟਿਆ ਕਰਨਗੇ। ਪਿੰਡਾਂ ਵਾਲਿਆਂ ਨੇ ਦੇਖੋ, ਪਿੰਡ ਵਾਲੇ ਨਹੀਂ ਮਰਦੇ। ਅਸੀਂ ਕਾਨੂੰਨ ਦੇ ਵੀ ਡਲੇ ਮਿਲ ਜਾ ਕਰਨੇ, ਇੱਧਰੋਂ ਖੱਬੇ ਸੱਜੋਂ ਪਹਾੜ ਭੰਨ ਲੈਣਾ ਕਿਸੇ ਨੇ। ਅਤੇ ਸਾਡਾ ਤਾਂ ਸਾਰਾ ਕੁਝ ਪੁਦੀਨੇ ਤੋਂ ਲੈ ਕੇ ਹਰ ਚੀਜ਼, ਧਨੀਆ, ਮੇਥੀ, ਸਬਜ਼ੀਆਂ ਹੋ ਜਾਣੀਆਂ। ਅਤੇ ਜੇ ਇੱਕ ਕਿਆਰੀ ਵੀ ਲਾ ਲਾਂਗੇ ਤਾਂ ਅਸੀਂ ਸਰਵਾਈਵ ਕਰ ਜਾਵਾਂਗੇ। ਰੌਲਾ ਜਿਹੜੇ ਛੋਟੇ ਦੁਕਾਨਦਾਰ ਹੈ, ਜਿਹੜੇ ਹੁਣ ਅੱਜ ਭਗਤੀ ਕਰ ਰਹੇ ਨਾ, ਇਹਨਾਂ ਦਾ ਬਹੁਤ ਬੁਰਾ ਹਾਲ ਹੋਣਾ। ਇਹ ਪੈਕਟ 'ਚ ਹੋ ਗਿਆ ਕਰਨਗੇ। ਫਿਰ ਗਾਂ ਜੱਟ ਨੇ ਡਾਂਗ ਚੱਕ ਲਿਆ, ਕਹਿੰਦੇ ਵੀ ਖੇਤ 'ਚ ਕਿਵੇਂ ਬਣਿਆ ਪੈਕਟ ਚੱਕਣਾ? ਇਹ ਤਾਂ ਸਾਡੇ ਖੇਤ 'ਚ ਗਿਰਿਆ। ਮੇਰੀ ਗੱਲ ਸਮਝੋ ਧਿਆਨ ਨਾਲ, ਇਹਨਾਂ ਨੇ ਫੂਡ ਨੂੰ ਮੁਹਤਾਜ ਹੋ ਜਾਣਾ। 40 ਰੁਪਏ ਦੀ 35 ਰੁਪਏ ਦੀ ਚੀਜ਼ ਅੱਜ ਜਿਹੜਾ ਪੈਟਰੋਲ ਡੀਜ਼ਲ ਜਾਂ ਜੋ ਵੀ ਹੈ, 110-15 ਕਰਕੇ ਤੁਹਾਨੂੰ 10 ਰੁਪਏ ਘਟਾ ਕੇ ਮਤਲਬ ਖੁਸ਼ ਕਰ ਰਹੇ ਹੈ। ਮੂਰਖੋ, ਤੁਸੀਂ ਤਾਂ 30 ਵਾਲੀ ਚੀਜ਼ ਪਹਿਲਾਂ ਹੀ 100 'ਚ ਖਰੀਦ ਰਹੇ ਹੋ। ਜੇ ਪੈਟਰੋਲ ਡੀਜ਼ਲ ਦਾ ਇਹ ਹਾਲ ਹੋ ਸਕਦਾ ਜਿਹੜਾ ਸਾਡੇ ਹੱਥ ਨਹੀਂ, ਕੰਪਨੀਆਂ ਦੇ ਹੱਥ ਹੈ, ਤਾਂ ਰੋਟੀ ਕਿੱਥੇ ਜਾਊਗੀ? ਤੁਸੀਂ ਢਾਬੇ 'ਤੇ ਬੈਠ ਕੇ ਦੇਖਿਓ, 20 ਰੁਪਏ ਦਾ ਫੁਲਕਾ ਮਿਲਦਾ ਕਈ ਜਗ੍ਹਾ। ਤੁਸੀਂ ਸੋਚ ਸਕਦੇ ਹੋ ਵੀ ਇਸ ਸਦੀ 'ਚ 20 ਰੁਪਏ ਦੀ ਰੋਟੀ, 1.5 ਰੁਪਏ 'ਚ ਸਾਰਾ ਕੁਝ ਬੰਦਾ 2 ਰੁਪਏ 'ਚ ਥਾਲੀ 'ਚ ਰੱਜ ਜਾਂਦਾ ਸੀ ਅੱਜ ਤੋਂ 5-7 ਸਾਲ ਪਹਿਲਾਂ। ਸੋ ਇਸ ਕਰਕੇ ਇਹ ਜਿਹੜੇ ਛੋਟੇ ਦੁਕਾਨਦਾਰ ਆ ਨਾ, ਇਹ ਕਿਸਾਨਾਂ ਨੂੰ ਵੀ ਵਿੰਗ ਬਣਾਉਣਾ ਪੈਣਾ ਹੈ। ਇਹ ਬੜਾ, ਇਹਨੂੰ ਤਾਂ ਜ਼ਮੀਨੀ ਹਕੀਕਤ 'ਤੇ ਸੋਚੋ। ਸਾਰਾ ਕੁਝ ਸਰਕਾਰਾਂ ਨਹੀਂ ਕਰਦੀਆਂ, ਤੁਸੀਂ ਉਹ ਚੇਂਜ ਲਿਆਉਣੀ ਹੈ। ਜਦੋਂ ਤੁਸੀਂ ਸ਼ਹਿਰ ਜਾਣਾ, ਇੱਕੋ ਗੱਡੀ ਵਰਤੋ। ਇਹਨਾਂ ਦੇ ਡੀਜ਼ਲ ਤੇ ਪੈਟਰੋਲ ਦੀ ਖਪਤ ਘਟਾ ਦਿਓ। ਵੀ ਸੌਦੇ ਲੈਣ ਜਾਣਾ ਵੀ ਸ਼ਨੀਵਾਰ ਰੱਖ ਲਓ ਵੀ ਭਾਈ ਸਾਰੇ ਪਿੰਡ 'ਚੋਂ ਵੀ 4 ਕਾਰਾਂ ਜਾਣਗੀਆਂ, 100 ਬੰਦਾ ਨੇ ਜਾਣਾ। ਜੇ ਸ਼ਹਿਰ ਜਾਣਾ ਤਾਂ ਛੋਟੇ ਵਪਾਰੀ ਕੋਲ ਜਾਓ, ਉਹਨੂੰ ਕਹੋ ਵੀ ਸੌਦਾ ਤੇ ਤੋਂ ਇੰਨੇ ਦਾ ਲੈਣਾ। ਪਹਿਲਾਂ ਇੱਥੇ ਝੰਡਾ ਲਾ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਵੀ ਮੈਂ ਬਿੱਲਾਂ ਦਾ ਵਿਰੋਧ ਕਰਦਾ ਤਾਂ ਲਵਾਂਗੇ, ਨਹੀਂ ਤਾਂ ਨਹੀਂ ਲੈਂਦੇ। ਜਿਹੜਾ ਲਊਗਾ ਉਹਦੇ ਲਾ ਦਿਓ। ਉਹਦਾ ਸੌਦਾ ਵਿਕਣ ਲੱਗ ਗਿਆ, ਛੋਟਾ ਵਪਾਰੀ ਨੂੰ ਨਾਲ ਜੋੜੋ। ਪਰ ਜੇ ਉਹ ਸ਼ਰਤਾਂ ਰੱਖ ਸਕਦੇ ਤੁਹਾਨੂੰ ਵੀ ਰੱਖਣੇ ਪੈਣੇ ਨਾ। ਤਾਂ ਹੌਲੀ ਹੌਲੀ ਇੱਦਾਂ ਕਰਕੇ ਆਵਾਮ ਨੂੰ ਨਾਲ ਜੋੜਨਾ ਪੈਣਾ। ਔਰ ਇਹ ਤਾਂ ਜਿਸ ਹਿਸਾਬ 'ਚ ਤਾਂ ਰੋਟੀ ਤੋਂ ਤਰਸਾ ਦੇਣਗੇ। ਔਰ ਮਰਨਾ ਇਹਨਾਂ ਨੇ ਸ਼ਹਿਰਾਂ ਵਾਲਿਆਂ ਨੇ, ਜਿਹੜੇ ਅੱਜ ਘਰੇ ਬੈਠੇ ਨਾ ਗੁੰਨ ਜਿਹੇ ਹੋਏ, ਜਿਹੜੇ ਬੰਬ ਚਲਾਈ ਜਾਂਦੇ, ਪਟਾਕਾ ਇਹਨਾਂ ਦੀ ਪੈਣਾ, ਸਾਡਾ ਕੁਛ ਨਹੀਂ ਜਾਣਾ। ਮਾਨ ਸਾਹਿਬ, ਆਮ ਆਵਾਮ ਦੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਦੀ ਹੈ। ਸਾਰਾ ਕੁਝ ਦੇਖਦੇ ਹੋਏ ਇੱਥੇ ਆ ਕੇ ਵੀ ਕਿਸਾਨਾਂ ਨੂੰ ਮਿਲਦੇ ਹੋ, ਕੁਛ ਯੂਨੀਅਨਾਂ ਦੇ ਨਾਮ ਸੰਦੇਸ਼? ਬੱਤੀ ਇੱਕ ਕਰਨੀ ਆ ਵੀ ਸਾਡਾ ਤਾਂ, ਸਾਨੂੰ ਤਾਂ ਐਂ ਲੱਗਦਾ। ਦੇਖੋ ਮੇਰੇ ਵਿਚਾਰ ਹੈ, ਇਹਨਾਂ ਦੇ ਕਿਸ ਤਰ੍ਹਾਂ ਦੇ ਆਪਸ 'ਚ ਟਕਰਾਰ ਹੈ। ਅਜੇ ਕੁਛ ਕੁ ਸੱਜਣਾ ਦਾ ਸੀ, ਇਹ ਤਾਂ ਸਾਡੇ ਦੁਆਬੇ ਵਾਲੇ ਹੋ ਗਏ ਸਾਰੇ, ਕੁਛ ਮਾਲਵੇ ਵਾਲੇ, ਇਹਨਾਂ ਦਾ ਸਹਿਚਾਰ ਹੈ। ਉਹਨਾਂ ਨੂੰ ਤਾਂ ਅਸੀਂ ਸਮਝਦੇ ਹਾਂ, ਕੋਈ ਐਡੀ ਗੱਲ ਨਹੀਂ, ਇਹ ਇੱਕ ਵੀ ਹੋ ਜੂਗੀ। ਅਤੇ ਬਾਕੀ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਸਮਝਣਾ ਪਊਗਾ। ਜਿਹੜੇ ਥੋੜ੍ਹੇ ਸਾਤੋਂ ਸੀਨੀਅਰ ਆ ਉਹਨਾਂ ਨੂੰ ਤਾਂ ਅਸੀਂ ਸਮਝਾ ਸਕਦੇ ਹਾਂ, ਅਤੇ ਬੜਾ ਅੱਛਾ ਹੋਊਗਾ।
ਅਜੇ ਤਾਂ ਦੇਖੋ ਹੁਣ ਆਪਾਂ ਇੱਕੋ ਟਾਈਮ ਕੁਝ ਨਹੀਂ ਹੋ ਸਕਦਾ, ਅਜੇ ਚੱਲਣ ਦੋ ਮੋਰਚਾ, ਇਹ ਜਿੱਤ ਲਈਏ ਪੰਜਾਬ। ਜਦੋਂ ਫਿਰ ਵਾਪਸ ਪਰਤਣਗੇ ਤਾਂ ਫਿਰ ਇੱਕੋ ਹੋਵੇ ਜਥਾ, ਫਿਰ ਜਿੱਥੇ ਹੱਥ ਖੜਾ ਕਰਤਾ ਤਾਂ ਫਿਰ ਸੜਕਾਂ ਜਾਮ ਹੋ ਜਾਣ, ਬਸ ਫਿਰ ਸਵਾਦ ਹੈ। ਔਰ ਲੋਕ ਇਹ ਕਿਹਾ ਕਰਨ ਵੀ ਮੈਂ ਆਪਣਾ ਪੁੱਤ MLA ਨਹੀਂ ਬਣਾਉਣਾ, ਮੈਂ ਤਾਂ ਯੂਨੀਅਨ ਦਾ ਮੈਂਬਰ ਬਣਾਉਣਾ, ਹੱਕ ਉਹ ਦਵਾਊਗੀ। ਇੱਦਾਂ ਦੀ ਯੂਨੀਅਨ ਚਾਹੀਦੀ ਹੈ, ਲੋਕ ਰਾਜ ਜਿਹਨੂੰ ਕਹਿੰਦੇ ਆ। ਔਰ ਕਦੇ ਵੀ ਸਿਆਸਤਦਾਨਾਂ ਤੋਂ ਬਹੁਤੀ ਆਸ ਨਹੀਂ ਰੱਖੀ ਦੀ ਹੁੰਦੀ। ਜਿਹੜਾ ਸਾਡਾ ਜਿਹੜੀ ਸਿਵਲ ਸੁਸਾਇਟੀ ਹੈ, ਜਿਹਨੂੰ ਸਮਾਜਿਕ ਸੁਸਾਇਟੀ, ਇਹੀ ਬਦਲੂਗੀ ਤੁਹਾਡੇ ਸਮਾਜ ਨੂੰ। ਰਾਜ ਸਾਹਿਬ, ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਬੱਤੀਆਂ ਤੋਂ ਇੱਕ, ਇਹਦੇ ਬਾਰੇ ਕੀ ਵਿਚਾਰ ਆ? ਤੁਸੀਂ ਯੂਨੀਅਨ ਦੇ ਸੀਨੀਅਰ ਆਗੂ ਹੋ। ਦੇਖੋ ਮਾਨ ਸਾਹਿਬ ਨਾਲ ਅਸੀਂ ਤਾਂ ਖਟਖਟ ਕਲਾਂ 23 ਮਾਰਚ ਨੂੰ ਹੋਇਆ ਸੀ ਪ੍ਰੋਗਰਾਮ, ਤੇ ਅਸੀਂ ਉਸ ਦਿਨ ਹੀ ਕਹਿ ਦਿੱਤਾ ਸੀ ਕਿ ਅਸੀਂ ਦੁਆਬੇ ਵਾਲੇ ਇਸ ਗੱਲ ਦੇ ਹਾਮੀ ਹਾਂ ਜੋ ਤੁਸੀਂ ਕਹੋਗੇ, ਕਿਉਂਕਿ ਪੰਜਾਬ ਵਾਸਤੇ ਦਿਲ ਤੋਂ ਸੋਚਦੇ ਨੇ, ਪੰਜਾਬ ਦੇ ਦਰਦ ਨੂੰ ਜਾਣਦੇ ਨੇ, ਤੇ ਦਰਦ ਵਾਸਤੇ ਕਿ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਇੱਕ ਸੁਰਤਾ ਦੀ ਲੋੜ ਹੈ, ਤੇ ਉੱਥੇ ਅਸੀਂ ਬਿਲਕੁਲ ਤਿਆਰ ਹਾਂ। ਔਰ ਖਾਸ ਕਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ, ਅਸੀਂ ਦੁਆਬੇ ਦੀਆਂ 5-6 ਜਥੇਬੰਦੀਆਂ ਨਾਲ ਤਾਲਮੇਲ ਕਰ ਵੀ ਗਿਆ ਕਿ ਆਪਾਂ ਇੱਕ ਹੋ ਜਾਈਏ। ਔਰ ਇਹ ਜਿਹੜੀ ਗੱਲ ਮਾਨ ਸਾਹਿਬ ਕਹਿੰਦੇ ਆ, ਮੈਂ ਉਸ ਗੱਲ ਦਾ ਹਾਮੀ ਹਾਂ ਬਿਲਕੁਲ, ਕਿ ਆਪਾਂ ਨੂੰ ਹੁਣ ਇੱਕ ਹੋ ਜਾਣਾ ਚਾਹੀਦਾ, ਇੱਕੋ ਹੀ ਆਵਾਜ਼ ਉੱਠੇ। ਔਰ ਜਿੱਦਾਂ ਮਾਨ ਸਾਹਿਬ ਨੇ ਕਿਹਾ ਇੱਕ ਵਾਰੀ ਇੱਕ ਬੰਦਾ ਖੜਾ ਹੋ ਕੇ ਹੱਥ ਖੜਾ ਕਰ ਦੇਵੇ ਤਾਂ ਉੱਥੇ ਪੂਰਾ ਪੰਜਾਬ ਦੇ ਵਿੱਚ ਠੱਲ ਪਾ ਦੇ ਨਾ। ਜਿੱਦਾਂ ਜਿਹੜੇ ਮੇਰਾ ਕੰਮ ਤਾਂ ਅਸਲ 'ਚ ਲਿਖ ਕੇ ਗਾ ਕੇ ਤੁਹਾਨੂੰ ਜਾਗਰੂਕ ਕਰਨਾ, ਜਿਹੜਾ ਮੈਨੂੰ ਲੱਗਦਾ ਮੈਂ ਬਹੁਤ ਪਹਿਲਾਂ ਕਰ ਗਿਆ ਸੀ, ਅਰਲੀ ਏਜ ਜਦੋਂ ਮੈਂ ਸ਼ੁਰੂ ਕੀਤਾ। ਸ਼ਾਇਦ ਉਦੋਂ ਕੰਪਨੀਆਂ ਬਹੁਤ ਰੌਲਾ ਵੀ ਪਾਉਂਦੀਆਂ ਸੀ, ਬੜਾ ਜ਼ਬਰਦਸਤੀ ਉੱਦਾਂ ਦੇ ਗਾਣੇ ਸਾਨੂੰ ਪਾਉਂਦੇ ਸੀ। ਮੈਨੂੰ ਯਾਦ ਹੈ ਕੰਪਨੀ ਜਦੋਂ TCB ਵਾਲਾ ਕਹਿੰਦੇ ਸਰ ਇਹ ਕਿੱਦਾਂ ਦਾ ਗਾਣਾ, ਮੈਂ ਕਹਿੰਦਾ ਇਹ ਤਾਂ ਪਾਉਣਾ ਹੀ ਪੈਣਾ, ਨਹੀਂ ਤਾਂ ਫਿਰ ਰਹਿਣ ਦਿੰਦੇ ਆਪਾਂ ਕੰਮ ਨੂੰ। ਉਹ ਬਹੁਤ ਜਦੋਜਹਿਦ ਨਾਲ ਪਾਉਣਾ ਪੈਂਦਾ ਸੀ, ਕਿਉਂਕਿ ਉਹ ਕਮਰਸ਼ੀਅਲ ਐਂਗਲ ਤੋਂ ਦੇਖਦੇ ਸੀ। ਅਤੇ ਜਿਸ ਦਿਨ ਇਹ ਇਕੱਠੇ ਹੋ ਜਾਣਗੇ ਨਾ, ਹਰ ਸਕੂਲ ਤੋਂ ਜਦੋਂ +2 ਜਿੱਥੋਂ ਸ਼ੁਰੂ ਹੁੰਦੀ ਹੈ, ਕਾਲਜ, ਯੂਨੀਵਰਸਿਟੀਆਂ, ਇੱਥੇ ਵੀ ਯੂਨੀਅਨ ਦਾ ਵਿੰਗ ਬਣਾਉਣਾ ਪਊਗਾ। ਕਿਉਂਕਿ ਆਮ ਜਿਹੜੇ ਸਿਆਸੀ ਲੋਕ ਆਪਣੀਆਂ ਪਾਰਟੀਆਂ ਬਣਾਉਂਦੇ ਆ, ਉਹ ਨੌਜਵਾਨਾਂ ਨੂੰ ਲੜਾਉਂਦੇ ਆ, ਉਹ ਈਗੋ ਖੜੀ ਕਰਦੇ ਆ, ਲੋਕਾਂ ਨੂੰ ਲੜਾਉਂਦੇ ਆ, ਉਹਦੇ 'ਚ ਨੌਜਵਾਨ ਆਪਸ 'ਚ ਇੱਕ ਦੂਜੇ ਨੂੰ ਕੁੱਟ ਮਾਰਦੇ ਆ। ਬਟ ਜਦੋਂ ਅਸੀਂ ਸਮਾਜ ਲਈ ਲੜਨਾ, ਫਿਰ ਸਾਡੀ ਲੜਾਈ ਨਹੀਂ ਕਿਸੇ ਨਾਲ। ਇਹ ਸਭ ਤੋਂ ਸਟਰੋਂਗ ਵਿੰਗ ਬਣ ਸਕਦੀ। ਲਾਸਟ ਤੇ ਕੁਛ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਕੀ ਸੰਦੇਸ਼ ਹੈ ਸਾਰਿਆਂ ਦੇ ਲਈ? ਬਸ ਆਪਣੇ ਜਿਹੜੇ ਸਾਡੇ ਸੰਘਰਸ਼ 'ਚ ਸਾਡੇ ਬਜ਼ੁਰਗ ਬੱਚੇ, ਸਾਡੇ ਵੀਰ ਤੇ ਬੀਬੀਆਂ ਗਈਆਂ, ਉਹਨਾਂ ਨੂੰ ਸ਼ਰਧਾਂਜਲੀ ਦਿਓ। ਔਰ ਆਪਣੇ ਘਰ ਤੋਂ ਪਹਿਲਾਂ ਪਿੰਡ, ਔਰ ਪਿੰਡ ਤੋਂ ਪਹਿਲਾਂ ਆਪ ਦਾ ਖਿੱਤਾ, ਤੇ ਖਿੱਤੇ ਤੋਂ ਪਹਿਲਾਂ ਸਾਡੀ ਕਿਸਾਨੀ। ਇਹਨੂੰ ਸੋਚ ਕੇ ਜੇ ਚੱਲੋਗੇ, ਪੰਜਾਬ ਵੈਸੇ ਸੁਰਗ ਬਣ ਜਾਊਗਾ। ਜਦੋਂ ਮੈਂ ਸਿੱਟ ਕੇ ਤੂੰ ਤੇ ਆ ਗਏ ਨਾ, ਤੂੰ ਹੀ ਤੂੰ, ਮੈਨੂੰ ਲੱਗਦਾ ਨਾ ਤੁਹਾਨੂੰ ਕੋਈ ਐਂ ਲੱਗਦਾ ਵੀ ਮੇਰਾ ਇਹ ਦੁਸ਼ਮਣ ਹੈ, ਤੁਹਾਨੂੰ ਸਾਰੇ ਪਾਸੇ ਪਿਆਰ ਹੀ ਮਿਲਦਾ। ਇਹ ਪੰਜਾਬੀਆਂ ਨੇ ਜਦੋਂ ਮੈਂ ਕੱਢ ਕੇ ਤੂੰ ਹੀ ਤੂੰ ਕਰਿਆ ਨਾ, ਹਰਿਆਣਾ ਆ ਗਿਆ ਨਾ ਨਾਲ, UP ਆ ਗਿਆ ਨਾ, ਮੱਧ ਪ੍ਰਦੇਸ਼ ਆ ਗਿਆ ਨਾ, ਤਾਮਿਲਨਾਡੂ ਵਾਲਾ ਵੀ ਹਾਂ ਮਾਰਦੇ ਨਾ ਨਾਰਾ, ਕੇਰਲ ਵਾਲਾ ਹੀ ਮਾਰਦੇ ਆ। ਤੋ ਇਹ ਬਾਬਾ ਗੁਰੂ ਸਾਹਿਬ ਦਾ ਜਿਹੜਾ ਕਨਸੈਪਟ ਸੀ ਨਾ ਵੀ ਤੂੰ ਹੀ ਤੂੰ, ਇਹ ਬਹੁਤ ਵੱਡੀ ਲਾਈਨ ਹੈ। ਇੰਨੀ ਗੱਲ ਇੰਨੀ ਕਿ ਤੂੰ ਹੀ ਤੂੰ। ਬਟ ਜਦੋਂ ਆਪਾਂ ਕਹਿੰਦੇ ਮੈਂ ਛੱਡਤੀ ਯਾਰ, ਮੈਂ ਤਾਂ ਇਹਨਾਂ ਬਾਰੇ ਸੋਚਣਾ। ਦੇਖੋ ਜੇ ਤੁਸੀਂ ਆਪਣੀ ਈਗੋ ਲਈ ਲੜਦੇ ਹੋ ਤਾਂ ਤੁਹਾਨੂੰ ਲੋਕ ਕਹਿਣਗੇ ਬਦਮਾਸ਼ੀ ਕਰਦਾ, ਬਦਮਾਸ਼ ਹੈ। ਤੁਹਾਡੀ ਈਗੋ ਲਈ ਜਦੋਂ ਤੁਸੀਂ ਲੜੋਗੇ, ਤੁਹਾਡੇ 4 ਦੋਸਤ ਖੁਸ਼ ਹੋ ਸਕਦੇ। ਪਰ ਜਦ ਤੁਸੀਂ ਆਪਣੀ ਈਗੋ ਤਿਆਗ ਕੇ ਸਮਾਜ ਲਈ ਲੜਦੇ ਹੋ, ਫਿਰ ਤੁਹਾਨੂੰ ਖਾੜਕੂ, ਸੂਰਬੀਰ, ਫਿਰ ਯੋਧੇ ਕਿਹਾ ਜਾਂਦਾ। ਇਹ ਹੁਣ ਤੁਹਾਡੀ ਚੋਇਸ ਹੈ ਵੀ ਤੁਸੀਂ ਸਮਾਜ ਲਈ ਲੜ ਕੇ ਮਹਾਨ ਬਣਨਾ ਚਾਹੁੰਦੇ ਹੋ, ਜਾਂ ਆਪ ਦੇ ਲਈ ਲੜ ਕੇ ਤੁਸੀਂ ਆਪਣੀ ਨਿੱਜੀ ਬਹਿਸ 'ਚ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ। ਬਹੁਤ ਬਹੁਤ ਧੰਨਵਾਦ ਮਾਨ ਸਾਹਿਬ, ਅੱਜ ਦੀਵਾਲੀ ਦੇ ਦਿਨ 'ਤੇ ਇੱਥੇ ਮੋਰਚੇ ਦੇ ਵਿੱਚ ਆ ਕੇ ਸਾਰਿਆਂ ਨੂੰ ਮਿਲੇ ਨੇ, ਸਾਰਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ। ਇੱਕ ਹੌਸਲਾ ਮਿਲਦਾ ਇਹਨਾਂ ਦਾ ਇੱਥੇ ਆਉਣ 'ਤੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ।